ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਨਾਮਵਰ ਵਕੀਲ ਜਿਹੜੇ ਕਿ ਪੰਜਾਬ ਤੋਂ ਸਾਡੇ ਕੋਲ ਇੱਥੇ ਆਏ ਹੋਏ ਨੇ, ਸਰਦਾਰ ਨਵਕਿਰਨ ਸਿੰਘ। ਨਵਕਿਰਨ ਸਿੰਘ ਜੀ ਦੀ ਬਹੁਤ ਵੱਡੀ ਦੇਣ ਹੈ ਜਿਹਨੇ ਕਿ ਹਮੇਸ਼ਾ ਹੀ ਮਨੁੱਖੀ ਅਧਿਕਾਰਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਜਿੱਥੇ ਵੀ ਮਦਦ ਕੀਤੀ ਜਾ ਸਕਦੀ ਸੀ ਅੱਗੇ ਆ ਕੇ ਬਿਨਾਂ ਕਿਸੇ ਡਰ ਤੋਂ ਅੱਗੇ ਆਵਾਜ਼ ਬੁਲੰਦ ਕੀਤੀ। ਸਾਨੂੰ ਬੜਾ ਮਾਣ ਹੈ ਕਿ ਸਾਡੇ ਕੋਲ ਸਟੂਡੀਓ ਦੇ ਵਿੱਚ ਆਏ ਹੋਏ ਨੇ ਤੇ ਤੁਹਾਡੇ ਨਾਲ ਉਹਨਾਂ ਦੀ ਸਾਂਝ ਪਾਉਂਦੇ ਹਾਂ ਕਿ ਇਸ ਸਮੇਂ ਕੀ ਹਾਲਾਤ ਬਣੇ ਹੋਏ ਨੇ ਪੰਜਾਬ ਵਿੱਚ, ਹਿੰਦੁਸਤਾਨ ਵਿੱਚ, ਅਤੇ ਕਿਸ ਤਰੀਕੇ ਨਾਲ ਜੋ ਹਿਊਮਨ ਰਾਈਟ ਐਕਟਿਵਿਸਟ ਹਨ, ਸੋਸ਼ਲ ਐਕਟਿਵਿਸਟ ਹਨ, ਆਪਣੀ ਆਵਾਜ਼ ਨੂੰ ਅੱਗੇ ਲਿਆ ਕੇ ਲੋਕਾਂ ਵਿੱਚ ਚੇਤਨਾ ਲਿਆ ਰਹੇ ਨੇ। ਜੀ ਆਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਨਵਕਿਰਨ ਜੀ, ਤੁਸੀਂ ਹਾਲ ਹੀ ਵਿੱਚ ਇੱਕ ਸਪੇਨ ਗਏ ਹੋਏ ਸੀ ਜਿੱਥੇ ਕਿ ਇੱਕ ਕਾਨਫਰੰਸ ਹੋਈ ਸੀ, ਉਹਦੇ ਬਾਰੇ ਪਹਿਲਾਂ ਜਾਣਨਾ ਚਾਹਾਂਗੇ ਕਾਨਫਰੰਸ ਹੈ ਕੀ ਸੀ ਤੇ ਉੱਥੇ ਕੀ ਕਰਨ ਗਏ ਸੀ ਤੁਸੀਂ? ਅਸਲ 'ਚ ਇੱਕ ਇੰਟਰਨੈਸ਼ਨਲ ਜਥੇਬੰਦੀ ਹੈ ਜਿਹਦਾ ਨਾਮ ਹੈ ਵਰਲਡ ਕੋਲੀਸ਼ਨ ਅਗੇਂਸਟ ਡੈਥ ਪੈਨਲਟੀ ਜੀ, ਅਤੇ ਉਹਦੇ ਵਿੱਚ 165 ਦੇ ਕਰੀਬ ਜਥੇਬੰਦੀਆਂ ਮੈਂਬਰਸ ਹੈਗੀਆਂ ਨੇ ਜਿਹੜੀਆਂ ਕੰਪੇਨ ਰਨ ਕਰਦੀਆਂ ਨੇ ਥਰੂ ਆਊਟ ਦ ਵਰਲਡ ਇਨ ਦ ਡਾਇਰੈਕਸ਼ਨ ਦੈਟ ਹਾਊ ਟੂ ਅਬੋਲਿਸ਼ ਦ ਡੈਥ ਪੈਨਲਟੀ। ਰਾਈਟ। ਸੋ ਸਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ, ਉਹ ਵੀ ਉਹਦੀ ਮੈਂਬਰ ਹੈ ਜੀ। ਅਤੇ ਅਸੀਂ ਪਿਛਲੇ 3 ਸਾਲਾਂ ਤੋਂ ਉਹਦੀ ਸਟੀਅਰਿੰਗ ਕਮੇਟੀ 'ਤੇ ਹੈਗੇ ਹਾਂ। ਇਲੈਕਟ ਕੀਤਾ ਹੋਇਆ ਸਾਨੂੰ ਵੀ ਅਸੀਂ ਆਉਣ ਵਾਲੇ 2 ਸਾਲਾਂ ਵਿੱਚ ਕੀ ਅੱਗੇ ਕੰਮ ਕਰਨਾ ਉਹ ਅਸੀਂ ਡਿਸਾਈਡ ਕਰਦੇ ਹਾਂ ਜੀ। ਸੋ ਸਾਡੀ ਇਲੈਕਸ਼ਨ ਵੀ ਸੀਗੀ, ਅਸੀਂ ਅਗਲੇ 2 ਸਾਲਾਂ ਲਈ ਵੀ ਹੁਣ ਇਲੈਕਟ ਹੋਏ ਹਾਂ। ਤਾਂ ਅਸੀਂ ਵਰਲਡ ਲੈਵਲ ਦੇ ਉੱਤੇ ਸਰਕਾਰਾਂ ਨੂੰ ਕਨਵਿੰਸ ਕਰਾਉਣ ਲਈ ਕਿ ਸਜ਼ਾਏ ਮੌਤ ਗਲਤ ਚੀਜ਼ ਹੈ, ਕੰਪੇਨ ਚਲਾਉਂਦੇ ਹਾਂ। ਅਤੇ UN ਦੇ ਵਿੱਚ ਵੀ ਅਸੀਂ ਲੌਬਿੰਗ ਕਰਦੇ ਹਾਂ। ਅੱਛਾ ਜੀ। ਅਤੇ ਜਿਹੜੀ ਇੰਡੀਆ ਦੇ ਲੈਵਲ 'ਤੇ ਪਰਸਨਲੀ ਜਥੇਬੰਦੀਆਂ ਹੈਗੀਆਂ ਨੇ ਉਹ ਆਪਣੇ ਮੁਲਕਾਂ ਦੇ ਵਿੱਚ ਸਜ਼ਾਏ ਮੌਤ ਦੇ ਖਿਲਾਫ ਆਪਣੇ ਤਰੀਕੇ ਨਾਲ ਆਵਾਜ਼ ਬੁਲੰਦ ਕਰਦੇ ਜੀ। ਸੋ ਇਸ ਸਮੇਂ ਕਿੰਨੇ ਕੁ ਮੁਲਕਾਂ ਦੇ ਵਿੱਚ ਅਜੇ ਡੈਥ ਪੈਨਲਟੀ ਜਿਹੜੀ ਐਗਜ਼ਿਸਟ ਕਰਦੀ ਹੈਗੀ ਹੈ ਅਤੇ ਜਿਹੜੀ ਤੁਸੀਂ ਵੌਇਸ ਰੇਸ ਕਰ ਰਹੇ ਹੋ ਕਿੰਨਾ ਕੁ ਅਸਰ ਉਹਦਾ ਪੈ ਰਿਹਾ ਹੈਗਾ? ਇਸ ਤਰ੍ਹਾਂ ਹੈ ਕਿ ਮੁਲਕ ਤਾਂ ਹਰੇਕ ਸਾਲ ਇੱਕ ਦੋ ਜੁੜਦੇ ਪਏ ਨੇ ਐਂਡ ਡੈਥ ਸੈਂਟੈਂਸ ਕਾਫੀ ਹੱਦ ਤੱਕ ਜਿਹੜਾ ਮੇਰੇ ਖਿਆਲ ਆਲਮੋਸਟ 145 ਮੁਲਕਾਂ 'ਚ ਖਤਮ ਹੋ ਚੁੱਕੀ ਹੈ ਜੀ। ਸੋ ਜਿਹੜੀਆਂ ਸੁਸਾਇਟੀਜ਼ ਜਾਂ ਜਿਹੜੇ ਮੁਲਕ ਮੈਚਿਓਰ ਡੈਮੋਕ੍ਰੇਸੀਜ਼ ਹੈਗੀਆਂ ਨੇ ਉਹਨਾਂ ਨੇ ਸਜ਼ਾਏ ਮੌਤ ਖਤਮ ਕਰ ਦਿੱਤੀ ਹੈ ਜੀ। US ਦੀਆਂ ਕੁਝ ਸਟੇਟਸ ਹੈਗੀਆਂ ਜਿੱਥੇ ਰਹਿ ਗਈਆਂ ਨੇ, ਅਜੇ 2 ਸਟੇਟਸ ਨੇ ਪਿੱਛੇ ਜਿਹੀ ਜਿਹੜੀ ਡੈਥ ਪੈਨਲਟੀ ਅਬੋਲਿਸ਼ ਕੀਤੀ ਹੈ ਜੀ। ਸੋ ਹਾਲਾਂਕਿ ਇੰਡੀਆ ਦੇ ਵਿੱਚ ਭਾਵੇਂ 1.2 ਬਿਲੀਅਨ ਲੋਕ ਨੇ ਪਰ ਸਿਰਫ 18 ਲੋਕ ਐਸੇ ਨੇ ਜਿਹੜੇ ਸਜ਼ਾਏ ਮੌਤ ਦੇ ਉੱਤੇ ਇਸ ਲਈ ਫੇਸ ਕਰ ਰਹੇ ਨੇ ਜੀ। ਅਤੇ ਸੋ ਕੰਪੇਨ ਜਿਹੜੀ ਹੈਗੀ ਵਰਲਡ ਲੈਵਲ 'ਤੇ ਚੱਲ ਰਹੀ ਹੈ ਐਂਡ ਹੌਲੀ ਲੋਕ ਜਿਹੜੇ ਕਨਵਿੰਸ ਹੋ ਰਹੇ ਨੇ ਇਸ ਗੱਲ 'ਤੇ। ਐਂਡ ਇਹਨਾਂ ਵਿੱਚੋਂ ਇੱਕ ਹਨ ਦਵਿੰਦਰਪਾਲ ਸਿੰਘ ਭੁੱਲਰ, ਅਤੇ ਉਹਨਾਂ ਦਾ ਕੇਸ ਵੀ ਤੁਸੀਂ ਅਤੇ ਹੋਰ ਵੀ ਪ੍ਰੋਮੀਨੈਂਟ ਕੇਸਿਸ ਜਿਹੜੇ ਹੈਗੇ ਨੇ ਤੁਸੀਂ ਲੜੇ ਨੇ, ਉਸ ਸੰਬੰਧ ਵਿੱਚ ਸਾਨੂੰ ਅਪਡੇਟ ਦਿਓ ਅਤੇ ਕਿੱਥੇ ਸਿਚੁਏਸ਼ਨ ਹੈਗੀ ਹੈ। ਕਿਉਂਕਿ ਕੱਲ੍ਹ ਹੀ ਇੱਕ ਖਬਰ ਆਈ ਸੀ ਕੁਝ ਦਿਨ ਪਹਿਲਾਂ ਹੀ ਕਿ ਲੈਫਟੀਨੈਂਟ ਗਵਰਨਰ ਜਿਹੜੇ ਨੇ ਦਿੱਲੀ ਦੇ, ਉਹਨਾਂ ਨੇ ਵੀ ਇੱਕ ਰਿਪੋਰਟ ਕੱਢੀ ਹੈ ਕਿ ਉਹਨਾਂ ਦੀ ਮਾਨਸਿਕ ਹਾਲਤ ਜਿਹੜੀ ਠੀਕ ਨਹੀਂ ਹੈਗੀ। ਕੀ ਸਥਿਤੀ ਕੀ ਹੈਗੀ ਹੈ ਜੀ ਇਸ ਸਮੇਂ? ਇਸ ਤਰ੍ਹਾਂ ਕਿ ਦਵਿੰਦਰਪਾਲ ਸਿੰਘ ਭੁੱਲਰ ਪਿਛਲੇ 2 ਸਾਲ ਤੋਂ ਜ਼ਿਆਦਾ ਜਿਹੜਾ ਮੈਂਟਲ ਹਸਪੀਟਲ 'ਚ ਦਾਖਲ ਹੈ ਦਿੱਲੀ ਵਿੱਚ। ਮੈਂ ਉਹਨੂੰ ਕਈ ਵਾਰੀ ਜਾ ਕੇ ਮਿਲਿਆ ਅਤੇ ਡਾਕਟਰਸ ਦੀ ਜਿਹੜੀ ਰਿਪੋਰਟ ਹੈ ਬੋਰਡ ਆਫ ਡਾਕਟਰਸ ਦੀ, ਉਹਨਾਂ ਨੇ ਇਹੀ ਕਿਹਾ ਕਿ ਉਹਨੂੰ ਜਿਹੜਾ ਸੀਰੀਅਸ ਡਿਪਰੈਸ਼ਨ ਹੈ ਪਲੱਸ ਉਹਦੇ ਚਾਂਸਿਸ ਆਫ ਸੁਸਾਈਡਲ ਟੈਂਡੈਂਸੀਜ਼ ਹੈਗੀਆਂ ਨੇ। ਸੋ ਉਸ ਰਿਪੋਰਟ ਦੇ ਬੇਸ ਦੇ ਉੱਤੇ ਜਿਹੜਾ ਗਵਰਨਰ ਜਿਹੜਾ ਹੈਗਾ ਲੈਫਟੀਨੈਂਟ ਗਵਰਨਰ ਆਫ ਦਿੱਲੀ ਜੀ, ਉਹਨੇ ਆਰਡਰ ਕੀਤਾ ਵੀ ਇਹਦੀ ਜਿਹੜੀ ਐਗਜ਼ੀਕਿਊਸ਼ਨ ਹੈ ਉਹ ਸਟੇ ਕੀਤੀ ਜਾਂਦੀ ਹੈ ਜੀ। ਪਰ ਨਾਲ ਉਹਨੇ ਇਹ ਵੀ ਕਿਹਾ ਕਿ ਨਵਾਂ ਬੋਰਡ ਬਣਾ ਕੇ ਅਤੇ ਨਵੀਂ ਰਿਪੋਰਟ ਪੇਸ਼ ਕੀਤੀ ਜਾਵੇ ਜੀ। ਸੋ ਕਾਨੂੰਨ ਇਹ ਹੈਗਾ ਕਿ ਜੇ ਕੋਈ ਮਾਨਸਿਕ ਪੀੜਤ ਆਦਮੀ ਹੈਗਾ ਤਾਂ ਤੁਸੀਂ ਉਹਨੂੰ ਸਜ਼ਾਏ ਮੌਤ ਐਗਜ਼ੀਕਿਊਟ ਨਹੀਂ ਕਰ ਸਕਦੇ ਜੀ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਮੈਂ ਅੱਜ ਆਪਣੀ ਫੇਸਬੁੱਕ 'ਤੇ ਲਿਖਿਆ ਸੀਗਾ ਕਿ ਇੱਕ ਬੜਾ ਅੱਛਾ ਤਰੀਕਾ ਹੈ ਕਿ ਕਿਸੇ ਨੂੰ ਤੁਸੀਂ ਫਾਂਸੀ ਨਾ ਲਾਓ ਪਰ ਅੰਦਰ ਹੀ ਮਾਰ ਦਿਓ। ਠੀਕ ਨਾ ਬਈ you may not hang him by the noose but you're ultimately killing him, right? So ਗੱਲ ਤਾਂ ਉਹਨੂੰ ਛੱਡਣ ਦੀ ਹੈ। ਸੋ ਤੁਹਾਡੀ ਜਿਹੜੀ ਉਹਨਾਂ ਨਾਲ ਗੱਲਬਾਤ ਹੁੰਦੀ ਹੈਗੀ ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਕਹਿ ਰਹੇ ਨੇ ਕਿ ਜੀ ਹੀ ਇਜ਼ ਇਨ ਡਿਪਰੈਸ਼ਨ ਐਂਡ ਹੀ ਇਜ਼ ਮੈਂਟਲੀ ਨਾਟ ਸਟੇਬਲ, ਕੋਈ ਕਾਰਨ ਕਰਕੇ ਤੁਹਾਨੂੰ ਲੱਗਦਾ ਹੈ ਕਦੀ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੋਏ ਕਿ ਕਿਉਂ ਉਹ ਫੀਲ ਕਰ ਰਹੇ ਨੇ ਇਸ ਤਰ੍ਹਾਂ? ਦੇਖੋ ਬੇਸਿਕਲੀ ਇਸ ਤਰ੍ਹਾਂ ਹੈ ਕਿ ਜਦੋਂ ਤੁਸੀਂ 14-15 ਸਾਲ ਜੇਲ੍ਹ 'ਚ ਬੰਦ ਰਹੇ ਹੋ
ਐਂਡ ਸੋਲਟਰੀ ਕਨਫਾਈਨਮੈਂਟ ਹੋਵੇ, ਤੁਹਾਨੂੰ ਕੋਈ ਮਿਲਣ ਘੱਟ ਹੀ ਆਉਂਦਾ ਹੋਵੇ ਜੀ, ਜੇ ਕੋਈ ਮਿਲਣ ਆਉਂਦਾ ਹੋਵੇ ਤੇ 10-15 ਮਿੰਟ ਦੀ ਮੁਲਾਕਾਤ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ, ਆਮ ਕੈਦੀਆਂ ਨਾਲ ਤੁਹਾਨੂੰ ਰੱਖਿਆ ਨਹੀਂ ਜਾਂਦਾ ਜੀ। ਉਹਨਾਂ ਹਾਲਾਤਾਂ ਵਿੱਚ ਜ਼ਿਆਦਾ ਤੌਰ ਜਿਹੜੇ ਹੈਗੇ ਸਜ਼ਾਏ ਮੌਤ ਦੇ ਕੈਦੀ ਨੇ, ਉਹਨਾਂ ਦੀ ਮਾਨਸਿਕ ਸਥਿਤੀ ਹਿਲ ਜਾਂਦੀ ਹੈ ਜੀ। ਤੇ ਇਹੀ ਹਾਲ ਇਸ ਲਈ ਦਵਿੰਦਰ ਭੁੱਲਰ ਦਾ। ਸੋ ਜਿਹੜਾ ਹੈਗਾ ਡਿਪਰੈਸ਼ਨ 'ਚ ਹੋਣ ਕਰਕੇ ਰੋਟੀ ਨਾ ਖਾਣੀ ਜਾਂ ਗਰਮੀ ਦੇ ਵਿੱਚ ਵੀ ਕੰਬਲ ਲੈ ਕੇ ਲੇਟੇ ਰਹਿਣਾ, ਇਹ ਤਾਂ ਮੈਂ ਆਪ ਕਿਉਂਕਿ ਮੈਂ ਦੇਖਿਆ ਜੀ। ਤੇ ਜਾ ਕੇ ਅਸੀਂ ਉਹਦੇ ਕੋਲ ਬੈਠਦੇ ਵੀ ਰਹੇ ਹਾਂ, ਉਹਨੂੰ ਸਮਝਾਉਂਦੇ ਵੀ ਰਹੇ ਹਾਂ, ਤਕੜੇ ਵੀ ਕਰਦੇ ਰਹੇ ਹਾਂ, ਪਰ ਡਿਪਰੈਸ਼ਨ ਕਿਉਂਕਿ ਰੋਗ ਹੈ ਜੀ, ਤੇ ਜਿਹਨੂੰ ਫੜ ਲਵੇ ਉਹੀ ਜਾਣਦਾ ਕਿ ਕਿਵੇਂ ਇਹਦੇ 'ਚੋਂ ਨਿਕਲਣਾ। ਰਾਈਟ। ਸੋ ਇਸ ਵੇਲੇ ਉਹਨਾਂ ਦੀ ਹਾਲਤ ਕਾਫੀ ਖਰਾਬ ਹੈਗੀ ਹੈ। ਬੜਾ ਇੱਕ ਯੂਨੀਕ ਕੇਸ ਸੀ ਤੇ ਤੁਸੀਂ ਬਹੁਤ ਲੜੇ ਇਹਦੇ ਵਾਸਤੇ ਇਸ ਕੇਸ ਦੇ ਵਿੱਚ, ਕਿਉਂਕਿ ਹਮੇਸ਼ਾ ਹੀ ਜਿਸ ਤਰ੍ਹਾਂ ਤੁਸੀਂ ਵੀ ਪਹਿਲਾਂ ਵੀ ਦੱਸ ਚੁੱਕੇ ਹੋ ਸਾਨੂੰ ਇੱਕ ਵਾਰੀ ਕਿ ਤਿੰਨੋਂ ਜੱਜਸ ਦੀ ਜਿਹੜੀ ਹੈਗੀ ਕੰਸੈਂਸਸ ਹੋਣਾ ਚਾਹੀਦਾ ਤੇ ਇਹਦੇ ਵਿੱਚ ਡਾਇਸੈਂਟਿੰਗ ਵੌਇਸ ਸੀ, ਪਰ ਉਸ ਦੇ ਬਾਵਜੂਦ ਵੀ ਅਤੇ ਰਾਸ਼ਟਰਪਤੀ ਕੋਲ ਵੀ ਗਏ, ਲੇਕਿਨ ਇਹ ਸਾਰਾ ਕੁਝ ਨਹੀਂ ਹੋਇਆ। ਹੁਣ ਹੋਰ ਵੀ ਇਹੋ ਜਿਹੇ ਕੇਸਿਸ ਜਿਹੜੇ ਹੈਗੇ ਨੇ ਇਸ ਸਮੇਂ, ਸਾਨੂੰ ਇਹ ਦੱਸੋ ਕਿ ਹਿਊਮਨ ਰਾਈਟਸ ਦੀ ਜਦ ਅਸੀਂ ਗੱਲ ਕਰਦੇ ਹਾਂ, ਭਾਵੇਂ ਪੰਜਾਬ ਵਿੱਚ ਸ਼ਾਂਤੀ ਤਾਂ ਹੈਗੀ ਹੈ, ਲੇਕਿਨ ਉੱਥੇ ਹੁਣ ਕਿਸ ਕਿਸਮ ਦੇ ਇਹ ਹਿਊਮਨ ਰਾਈਟਸ ਵਾਇਲੇਸ਼ਨਸ ਕੀ ਹੋ ਰਹੀਆਂ ਨੇ ਤੇ ਜਿਹੜੇ ਪੁਰਾਣੇ ਕੇਸਿਸ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਡੀਲ ਕਰ ਰਹੇ ਹੈਗੇ ਹੋ? ਦੇਖੋ, ਹਿਊਮਨ ਰਾਈਟ ਵਾਇਲੇਸ਼ਨ ਤਾਂ ਡੇ ਟੂ ਡੇ ਬੇਸਿਸ 'ਤੇ ਪੂਰੇ ਹਿੰਦੁਸਤਾਨ 'ਚ ਹੀ ਹੁੰਦੀ ਹੈ ਜੀ, ਕਿਉਂਕਿ ਅਸੀਂ ਜਿਹੜੀ ਆਪਣੀ ਪੁਲਿਸ ਨੂੰ ਹੈ ਕੋਈ ਇਨਵੈਸਟੀਗੇਸ਼ਨ ਕਰਨ ਦੇ ਤਰੀਕੇ ਨਹੀਂ ਸਿਖਾਏ ਤੇ ਨਾ ਹੀ ਕੋਈ ਸਾਇੰਟੀਫਿਕ ਇਨਵੈਸਟੀਗੇਸ਼ਨ 'ਤੇ ਅਸੀਂ ਰਿਲਾਈ ਕਰਦੇ ਹਾਂ ਜੀ। ਸੋ ਕੋਸ਼ਿਸ਼ ਇਹੀ ਹੁੰਦੀ ਪੁਲਿਸ ਦੀ ਕਿ ਜਦੋਂ ਵੀ ਕੋਈ ਕਿਸੇ ਸਪੋਜ਼ਡਲੀ ਮੁਲਜ਼ਮ ਨੂੰ ਫੜਿਆ, ਜਿਹੜਾ ਹਾਲੇ ਕਿ ਸਸਪੈਕਟ ਹੀ ਹੈਗਾ, ਤਾਂ ਉਹਨੂੰ ਮਾਰ ਕੁੱਟ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹ ਤੋਂ ਇਨਫੋਰਮੇਸ਼ਨ ਲਈਏ। ਰਾਈਟ। ਹੁਣ ਜਦੋਂ ਤੁਸੀਂ ਇਹੋ ਜਿਹੇ ਤਰੀਕੇ ਅਪਣਾਓ ਕਿ ਸੱਚ ਨੂੰ ਜਾਣਨ ਦੀ ਬਜਾਏ ਸੱਚ ਕੱਢਣ ਦੀ ਕੋਸ਼ਿਸ਼ ਕਰੋ, ਤੇ ਫਿਰ ਜਿਹੜੀ ਹਿਊਮਨ ਰਾਈਟ ਵਾਇਲੇਸ਼ਨ ਹੁੰਦੀ ਹੈ। ਐਂਡ ਇਹ ਹਰੇਕ ਥਾਣੇ ਦੇ ਵਿੱਚ ਇੰਡੀਆ ਚੱਲਦੀ ਹੈ ਜੀ, ਇੰਡੀਆ 'ਚ ਵੀ ਚੱਲਦੀ ਹੈ, ਹੋਰ ਥਰਡ ਵਰਲਡ ਕੰਟਰੀਜ਼ ਵਿੱਚ ਆਮ ਹੈਗੀ ਹੈ। ਰਾਈਟ। ਸੋ ਇਹ ਸਮਝਣਾ ਕਿ ਅੱਜ ਸ਼ਾਂਤੀ ਹੈਗੀ ਪੰਜਾਬ ਵਿੱਚ, ਪੰਜਾਬ ਦੀ ਸ਼ਾਂਤੀ ਤੇ ਹਿਊਮਨ ਰਾਈਟ ਵਾਇਲੇਸ਼ਨ ਦਾ ਕੋਈ ਇੰਨਾ ਵੱਡਾ ਲਿੰਕ ਨਹੀਂ ਹੈ। ਅੱਗੇ ਜਿਹੜੀ ਸੀਗੀ ਹਿਊਮਨ ਰਾਈਟ ਵਾਇਲੇਸ਼ਨ ਉਹਨਾਂ ਲੋਕਾਂ ਦੇ ਖਿਲਾਫ ਜ਼ਿਆਦਾ ਹੋ ਰਹੀ ਸੀਗੀ ਜਿਹੜੇ ਲੋਕ ਆਜ਼ਾਦੀ ਦੀ ਡਿਮਾਂਡ ਕਰ ਰਹੇ ਸੀਗੇ ਜਾਂ ਆਪਣੇ ਘਰ ਦੀ ਡਿਮਾਂਡ ਕਰ ਰਹੇ ਸੀਗੇ ਜੀ। ਪਰ ਅੱਜ ਉਹ ਲੋਕ ਭਾਵੇਂ ਨਹੀਂ ਹੈਗੇ ਉਹਨੇ ਜ਼ਿਆਦਾ ਤੇ ਭਾਵੇਂ ਉਹਨਾਂ ਨਾਲ ਨਹੀਂ ਹਿਊਮਨ ਰਾਈਟ ਵਾਇਲੇਸ਼ਨ ਹੋ ਰਹੀ, ਲੇਕਿਨ ਆਮ ਲੋਕਾਂ ਨਾਲ ਹਿਊਮਨ ਰਾਈਟ ਵਾਇਲੇਸ਼ਨ ਉਸੇ ਤਰੀਕੇ ਨਾਲ ਜਾਰੀ ਹੈ ਐਂਡ ਉਹਦੇ 'ਤੇ ਕੋਈ ਠੱਲ ਨਹੀਂ ਪੈ ਰਹੀ ਤੇ ਕੋਈ ਉਹਦਾ ਜਿਹੜਾ ਨਿਕਾਲ ਉਹਦੇ 'ਚ ਹੋ ਨਹੀਂ ਰਿਹਾ ਸਿਸਟਮ ਦੇ ਵਿੱਚ। ਬੜੇ ਸਾਰੇ ਹਾਈ ਪ੍ਰੋਫਾਈਲ ਕੇਸਿਸ ਨਾਲ ਤੁਸੀਂ ਅਜੇ ਵੀ ਕੇਸਿਸ ਚੱਲ ਰਹੇ ਹਨ, ਉਹਨਾਂ ਦੇ ਸੰਬੰਧ ਵਿੱਚ ਕਿੱਥੇ ਪਹੁੰਚੇ ਹੋਏ ਆ? ਕੀ ਕੋਈ ਜਸਟਿਸ ਦੀ ਆਸ ਹੈਗੀ ਹੈ ਜਾਂ ਇਸੇ ਤਰੀਕੇ ਨਾਲ ਡਰੈਗ ਹੁੰਦਾ ਜਾਏਗਾ? ਦੇਖੋ, ਹੁਣ ਤੁਸੀਂ ਉਹ ਗੁਰਦਾਸਪੁਰ ਵਾਲਾ ਇਨਸੀਡੈਂਟ ਤੁਹਾਨੂੰ ਯਾਦ ਹੋਣਾ ਜਿੱਥੇ ਜਸਪਾਲ ਸਿੰਘ ਨੂੰ ਮਾਰ ਦਿੱਤਾ ਜੀ, ਐਂਡ ਲੋਕ ਜਿਨ੍ਹਾਂ ਨੇ ਜਲੂਸ ਕੱਢਿਆ ਸੀਗਾ ਬਲਵੰਤ ਸਿੰਘ ਰਾਜਵਾਨਾ ਵਾਸਤੇ ਵੀ ਉਹਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰੋ ਜੀ, ਉਹ ਸ਼ਾਂਤਮਈ ਜਲੂਸ ਨੂੰ RSS ਦੇ ਵਰਕਰਸ ਨੇ 3 ਸਿੱਖਾਂ ਨੂੰ ਕੁੱਟ ਕੇ ਜਿਹੜਾ ਹੈਗਾ ਉਹ ਭੰਗ ਕੀਤਾ ਜੀ, ਉਹਨਾਂ ਦੀ ਪੱਗਾਂ ਵੀ ਲਾਈਆਂ, ਉਹਨਾਂ ਨੂੰ ਕੁੱਟਿਆ ਵੀ, ਤੇ ਉਹਦੇ ਰੋਸ ਵਿੱਚ ਗੁਰਦੁਆਰਾ ਸਾਹਿਬ ਦੇ ਅੱਗੇ ਸਿੱਖ ਸੜਕ ਤੇ ਬੈਠੇ ਨਾਮ ਜਪਦੇ ਪਏ ਸੀਗੇ। ਇਹ ਵੀਡੀਓ ਰਿਕਾਰਡਿੰਗਸ ਹੈ, ਕੋਈ ਓਰਲ ਵਰਜ਼ਨ ਨਹੀਂ ਹੈ। ਤਾਂ ਉਹ ਨਾਮ ਜਪਦੇ ਹੋਏ ਲੋਕਾਂ ਦੇ ਉੱਤੇ ਇੱਕਦਮ ਜਿਹੜਾ ਹੈਗਾ 50-100 ਬੰਦੇ ਜ਼ਮੀਨ ਤੇ ਬੈਠੇ ਨੇ ਤੇ SSP ਖੜਾ ਤੇ ਇੱਕਦਮ ਉਹਨਾਂ ਨੇ ਜਿਹੜਾ ਉਹਨਾਂ ਨੂੰ ਭਜਾਉਣਾ ਸ਼ੁਰੂ ਕਰਤਾ ਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ। ਉਹ ਫਾਇਰਿੰਗ ਪਹਿਲੇ ਹਵਾ 'ਚ ਕੀਤੀ, ਫਿਰ ਪਿੱਛੇ ਉਹ ਮੁੰਡੇ ਭੱਜਦੇ ਗਏ ਤੇ ਪਿੱਛੇ ਗਲੀਆਂ 'ਚ ਜਾ ਕੇ ਉਹਨਾਂ ਨੂੰ ਘੇਰ ਕੇ 2 ਦੇ ਉੱਤੇ ਉਹਨਾਂ ਨੇ ਗੋਲੀ ਚਲਾਈ, ਇੱਕ ਦੀ ਜਾਨ ਚਲੀ ਕਿ ਦੂਜੇ ਦੀ ਗੋਲੀ ਜਿਹੜੀ ਹੈ ਆਰ ਪਾਰ ਹੋ ਗਈ ਜੀ। ਹੁਣ ਉਹ ਇਨਕੁਆਇਰੀ ਲਈ ਉਹ ਕੇਸ ਅਸੀਂ ਬੜਾ ਗੁਰਦਾਸਪੁਰ ਜਾ ਕੇ ਉਹਦੀ ਕਮਿਸ਼ਨਰ ਕੋਲ ਅਸੀਂ ਇਨਕੁਆਇਰੀ ਕਰਾਈ, ਸਾਰਾ ਐਵੀਡੈਂਸ ਕਲੈਕਟ ਕੀਤਾ, ਲੇਕਿਨ 1 ਸਾਲ ਹੋ ਗਿਆ ਪੁਲਿਸ ਨੇ ਆਪਣੇ ਕਿਸੇ ਵੀ ਪੁਲਿਸ ਅਫਸਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੀ। ਹੁਣ ਹਾਈ ਕੋਰਟ ਅਸੀਂ ਪਟੀਸ਼ਨ ਫਾਈਲ ਕੀਤੀ ਹੋਈ ਹੈ, ਹਾਈ ਕੋਰਟ ਵੀ ਪਿਛਲੇ 1 ਸਾਲ ਤੋਂ ਪਟੀਸ਼ਨ ਲਿੰਗਰ ਔਨ ਹੋ ਰਹੀ ਹੈ ਬਿਕੋਜ਼ ਆਰ ਜੱਜਸ ਆਰ ਟੂ ਓਵਰਵਰਕਡ ਰਾਈਟ। ਤੇ ਪਰ ਜਿਹੜਾ ਜਿਸ ਬੰਦੇ ਦਾ ਬੱਚਾ ਮਰਿਆ ਹੋਵੇ ਤੇ 1 ਸਾਲ ਹੋ ਗਿਆ, ਉਹਦੇ ਦੋਸ਼ੀਆਂ ਨੂੰ ਉਹਦੇ ਸਾਹਮਣੇ ਦੋਸ਼ੀ ਘੁੰਮਦੇ ਪਏ ਹੋਣ ਤੇ ਦੋਸ਼ੀਆਂ ਨੂੰ ਨਾ ਫੜਿਆ ਜਾਵੇ ਤੇ ਨਾ ਕੇਸ ਰਜਿਸਟਰ ਹੋਵੇ, ਉਹਦਾ ਕੀ ਹਾਲ ਹੋ ਰਿਹਾ ਹੋਵੇਗਾ। ਸੋ ਸਿਸਟਮ ਜਿਹੜਾ ਹੈ ਉਹ ਸਾਰਾ ਇਸ ਤਰ੍ਹਾਂ ਬ੍ਰੇਕਅਪ ਹੋ ਰਿਹਾ ਹੈ ਕਿ ਪੋਪੂਲੇਸ਼ਨ ਜ਼ਿਆਦਾ ਹੈ, ਜੱਜਸ ਜਿਹੜੇ ਹੈਗੇ ਨੇ ਘੱਟ ਨੇ, ਦੇਰ ਲੱਗਦੀ ਹੈ, ਪੁਲਿਸ ਵਾਲੇ ਆਪਣੇ ਜਿਹੜੇ ਕਾਮਰੇਡਸ ਹੈਗੇ ਨੇ, ਆਪਣੇ ਕੁਲੀਗਸ ਹੈਗੇ ਨੇ, ਉਹਨਾਂ ਨੂੰ ਸਜ਼ਾਵਾਂ ਨਹੀਂ ਦਿਵਾਉਣਾ ਚਾਹੁੰਦੇ, ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ ਜੀ। ਸੋ ਬੜਾ ਇੱਕ ਬਹੁਤ ਹੀ ਵੱਡੀ ਜੰਗ ਹੈ ਇਨਸਾਫ ਵਾਸਤੇ, ਆਸ ਵੀ ਕਰਨੀ
ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ। ਇਹਦੇ ਬਾਰੇ ਹੋਰ ਗੱਲ ਕਰਨੇ ਜੀ, ਜਿਹੜਾ ਸਿਸਟਮ ਬ੍ਰੇਕ ਅਪ ਹੋ ਰਿਹਾ, ਇਹਦੀ ਕੀ ਰੈਮੀਫਿਕੇਸ਼ਨਸ ਹੋ ਰਹੀ ਨੇ, ਇਸ ਬਾਰੇ ਗੱਲ ਕਰਨੇ ਇਸ ਥੋੜ੍ਹੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਸਰਦਾਰ ਨਵਕਿਰਨ ਸਿੰਘ ਦੀ ਉਹ ਆਵਾਜ਼ ਹੈ ਜਿਹੜੀ ਕਿ ਹਮੇਸ਼ਾ ਹੀ ਸੱਚ ਤੇ ਹੱਕ ਲਈ ਆਵਾਜ਼ ਬੁਲੰਦ ਕਰਦੇ ਰਹੇ ਨੇ, ਅਤੇ ਇਸ ਆਵਾਜ਼ ਦੇ ਕਾਰਨ ਹੀ ਬਹੁਤ ਸਾਰੇ ਐਸੇ ਕੇਸਿਸ ਲੋਕਾਂ ਨੂੰ ਪਤਾ ਲੱਗੇ ਜਿਹੜੇ ਕਿ ਕਈ ਤਰ੍ਹਾਂ ਦੇ ਉੱਤੇ ਪਤਾ ਵੀ ਨਹੀਂ ਚੱਲਣੇ ਸੀ। ਆਓ ਇਸੇ ਸੰਬੰਧ ਵਿੱਚ ਹੋਰ ਜਾਣਕਾਰੀ ਲੈਂਦੇ ਹਾਂ, ਜਿਹੜੇ ਇਹਨਾਂ ਨੇ ਗੱਲਬਾਤ ਕੀਤੀ ਕਿ ਸਿਸਟਮ ਬ੍ਰੇਕਅਪ ਹੁੰਦਾ ਜਾ ਰਿਹਾ ਹੈ ਤੇ ਜਸਟਿਸ ਦੀ ਆਸ ਦਿਨ ਬ ਦਿਨ ਘਟਦੀ ਜਾ ਰਹੀ ਹੈ। ਸੋ ਇਸ 'ਤੇ ਕੀ ਫਿਰ ਕੀਤਾ ਜਾ ਸਕਦਾ ਜੀ, ਕਿਉਂਕਿ ਉੱਥੇ ਬੈਠ ਕੇ ਤੁਸੀਂ ਤਾਂ ਐਜ਼ ਲਾਇਰ ਵੀ ਆਵਾਜ਼ ਬੁਲੰਦ ਕਰ ਰਹੇ ਹੋ, ਆਮ ਜਨਤਾ ਜਿਹੜੀ ਹੈਗੀ ਉਹਦੇ 'ਚ ਕਿੰਨੀ ਕੁ ਚੇਤਨਾ ਹੈਗੀ ਹੈ, ਜਾਂ ਜਿਵੇਂ ਕਹਾਂ ਆਮ ਸਿੱਖ ਜਿਹੜੇ ਨੇ, ਕੀ ਉਹਨਾਂ ਵਾਸਤੇ ਇਹਨਾਂ ਇਸ਼ੂਜ਼ ਦੀ ਕੋਈ ਰੈਲੇਵੈਂਸ ਹੈਗੀ ਹੈ ਜਾਂ ਉਹ ਸਿਰਫ ਆਪਣੇ ਕੰਮਾਂ ਧੰਦਿਆਂ ਤੱਕ ਹੀ ਸੀਮਿਤ ਰਹਿ ਗਏ? ਦੇਖੋ, ਪ੍ਰੋਬਲਮ ਇਹ ਆ ਗਈ ਕਿ ਅਕਾਊਂਟੇਬਿਲਿਟੀ ਜਿਹੜੀ ਇਹ ਸਿਸਟਮ 'ਚ ਹੈ ਨਹੀਂ ਹੈ ਜੀ, ਐਂਡ ਜਿਹੜੇ ਹੁਕਮਰਾਨ ਨੇ ਉਹ ਪੁਲਿਸ ਨੂੰ ਯੂਜ਼ ਕਰਦੇ ਨੇ ਜੀ। ਜਦੋਂ ਤੁਸੀਂ ਪੁਲਿਸ ਵਾਲਿਆਂ ਨੂੰ ਯੂਜ਼ ਕਰੋ ਆਪਣੇ ਪੋਲੀਟੀਕਲ ਮੋਟਿਵਸ ਲਈ ਤੇ ਉਹਨਾਂ ਤੋਂ ਤੁਸੀਂ ਗਲਤ ਕੰਮ ਕਰਵਾਉਂਦੇ ਹੋ ਜੀ, ਤੇ ਜਦੋਂ ਗਲਤ ਕੰਮ ਕਰਾਉਂਦੇ ਹੋ ਫਿਰ ਤੁਸੀਂ ਉਹਨਾਂ ਨੂੰ ਗਲਤ ਕੰਮ ਜਦੋਂ ਕਰਦੇ ਨੇ ਹੋਰ ਜਿਹੜੇ ਤੁਹਾਡੇ ਕਹਿਣ ਤੇ ਨਹੀਂ ਹੁੰਦੇ ਜੀ, ਤੇ ਉਹਨਾਂ ਨੂੰ ਤੁਹਾਨੂੰ ਪ੍ਰੋਟੈਕਟ ਕਰਨਾ ਪੈਂਦਾ। ਬਿਲਕੁਲ। ਸੋ ਅਨਟਿਲ ਐਂਡ ਅਨਲੈਸ ਕਿ ਪੋਲੀਟੀਕਲ ਇੰਟਰਫੇਰੈਂਸ ਘਟੇ ਇਹ ਗੱਲਾਂ ਖਤਮ ਨਹੀਂ ਹੋਣੀਆਂ ਜੀ, ਇਹਨਾਂ ਚਲਦੀਆਂ ਆਣੀਆਂ। ਹੁਣ ਤੁਸੀਂ ਪਿੱਛੇ ਜੇ ਇੱਕ ਬਿਆਨ ਪੜ੍ਹਿਆ ਹੋਣਾ, ਮਿਸਟਰ ਸ਼ਸ਼ੀਕਾਂਤ DGP ਪ੍ਰਿਜ਼ਨਸ ਰਿਟਾਇਰ ਹੋਏ ਨੇ। ਹੁਣ ਉਹ ਜਦੋਂ DGP ਪ੍ਰਿਜ਼ਨ ਸੀਗੇ ਤੇ ਅਸੀਂ ਇੱਕ ਜੇਲ੍ਹ ਦੇ ਵਿੱਚ ਇਨਕੁਆਇਰੀ ਕਰਵਾਈ ਜੀ, ਐਂਡ ਇੱਕ ਸੁਪਰਡੈਂਡੈਂਟ ਜੇਲ੍ਹ ਤੇ ਇੱਕ ਡਿਪਟੀ ਸੁਪਰਡੈਂਡੈਂਟ ਜੇਲ੍ਹ ਜਿਹੜਾ ਕਿ ਨਸ਼ੇ ਅੰਦਰ ਪਹੁੰਚਾਉਂਦਾ ਸੀ ਜੇਲ੍ਹ ਵਿੱਚ, ਅਸੀਂ ਉਹ ਫੜਵਾ ਲਏ ਇਨਕੁਆਇਰੀ ਦੇ ਰਾਹੀਂ। ਮਤਲਬ ਕਿ ਰਿਪੋਰਟ ਆ ਗਈ, ਹਾਈ ਕੋਰਟ ਨੇ ਕਿਹਾ ਇਮੀਡੀਏਟਲੀ ਇਹਨਾਂ ਨੂੰ ਨੌਕਰੀਆਂ ਕੱਢੋ ਜੀ। ਨੌਕਰੀ ਉਹ ਪਹਿਲੇ ਕੱਢ ਨਹੀਂ ਸੀ ਰਹੇ, ਉਹਨਾਂ ਨੂੰ ਸਿਰਫ ਉਹਨਾਂ ਦੀ ਕੋਈ ਇੰਕਰੀਮੈਂਟ ਸਟਾਪ ਕਰੇ ਸੀਗੇ। ਸੋ ਚੀਫ ਜਸਟਿਸ ਨੇ ਕਿਹਾ ਵੀ ਤੁਸੀਂ ਕੀ ਸਮਝਦੇ ਹੋ ਵੀ ਅਸੀਂ ਇੱਥੇ ਕਮਲੇ ਬੈਠੇ ਹਾਂ, ਵੀ ਇੱਕ ਬੰਦਾ ਅੰਦਰ ਨਾਰਕੋਟਿਕ ਵਿਕਵਾਉਂਦਾ ਪਿਆ ਤੇ ਉਹਨੂੰ ਤੁਸੀਂ ਮਾਈਨਰ ਪਨਿਸ਼ਮੈਂਟ ਦੇ ਰਹੇ ਹੋ। ਸੋ ਦ ਚੀਫ ਜਸਟਿਸ ਰੀਅਲੀ ਰਿਬਿਊਕਡ ਦ ਸਟੇਟ ਮਸ਼ੀਨਰੀ ਐਂਡ ਹੀ ਗॉट ਦੋਜ਼ ਪੀਪਲ ਡਿਸਮਿਸਡ ਐਂਡ ਫਿਰ ਉਹ NDPS 'ਚ ਅਸੀਂ ਅੰਦਰ ਵੀ ਕਰਾਏ। ਉਦੋਂ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਸੀ। ਹੁਣ ਅੱਜ ਉਹ ਜਦੋਂ DGP ਪ੍ਰਿਜ਼ਨ ਨਹੀਂ ਹੈ ਤੇ ਉਹਦਾ ਰੀਸੈਂਟਲੀ ਬਿਆਨ ਆਇਆ ਕਿ ਮੈਂ ਲਿਸਟ ਦਿੱਤੀ ਸੀਗੀ ਬਾਦਲ ਸਾਹਿਬ ਨੂੰ ਉਹਨਾਂ ਲੋਕਾਂ ਦੀ, ਉਹਨਾਂ ਪੋਲੀਟੀਸ਼ੀਅਨਸ ਦੀ ਜਿਹੜੇ ਕਿ ਨਾਰਕੋਟਿਕਸ ਵਿਕਵਾ ਰਹੇ ਨੇ ਪੰਜਾਬ ਵਿੱਚ, ਤਾਂ ਉਹ ਹਾਲੇ ਕਿ ਸਰਕਾਰ ਨੇ ਕਿਹਾ ਜੀ ਕਿ ਸਾਨੂੰ ਤਾਂ ਕੋਈ ਲਿਸਟ ਦਿੱਤੀ ਨਹੀਂ ਸੀ ਗਈ ਜੀ, ਲੇਕਿਨ ਇੱਕ ਬੰਦਾ ਜਿਹੜਾ ਬੋਲ ਰਿਹਾ ਹੈ ਵੀ ਮੈਂ ਲਿਸਟ ਦਿੱਤੀ ਹੈ ਐਂਡ ਇੱਕ ਉਹਦੇ ਤੋਂ ਉਸ ਪੋਜੀਸ਼ਨ ਤੇ ਜਿੱਥੋਂ ਕਿ ਰਿਟਾਇਰ ਹੋਏ ਕਿ ਐਵੇਂ ਤਾਂ ਕਰ ਨਹੀਂ ਰਿਹਾ। ਸੋ ਪ੍ਰੋਬਲਮ ਇਹ ਵੇ ਕਿ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਉਹ ਰਿਲਾਈ ਕਰਦੇ ਨੇ ਇਹੋ ਜਿਹੇ ਬੰਦਿਆਂ ਤੇ ਜਿਹੜੇ ਕਿ ਗੈਰ ਕਾਨੂੰਨੀ ਧੰਦੇ ਕਰਦੇ ਨੇ ਜੀ, ਹੈ ਨਾ ਜੀ। ਤੁਸੀਂ ਅੰਮ੍ਰਿਤਸਰ ਦੇਖਿਆ ਹੋਏਗਾ ਇੱਕ ਸਬ ਇੰਸਪੈਕਟਰ ਨੂੰ ਉਹਦੀ ਬੇਟੀ ਨੂੰ ਛੇੜਦਿਆਂ ਹੋਇਆ ਇੱਕ ਗੁੰਡੇ ਨੇ ਮਾਰਤਾ ਸੀ, ਐਂਡ ਉਹ ਮੈਂ ਬਾਅਦ 'ਚ ਪਤਾ ਕੀਤਾ ਐਂਡ ਸਾਰਿਆਂ ਦੀ ਗੱਲ ਕਨਫਰਮਡ ਹੋਈ ਵੀ ਉਸ ਸ਼ਹਿਰ ਦੇ ਵਿੱਚ ਨਾਰਕੋਟਿਕਸ ਹੀ ਉਹੀ ਵੇਚਦਾ ਸੀਗਾ। ਹੁਣ ਜਿਹੜੇ ਬੰਦੇ 2 ਨੰਬਰ ਦੇ ਧੰਦੇ ਕਰਦੇ ਨੇ ਉਹਨਾਂ ਨੂੰ ਤੁਸੀਂ ਕੋਈ ਡਿਸਟ੍ਰਿਕਟ ਪ੍ਰਧਾਨ ਬਣਾਤਾ, ਕੋਈ ਯੂਥ ਅਕਾਲੀ ਦਲ ਦਾ ਬਣਾਤਾ, ਕੋਈ ਫਲਾਣਾ ਬਣਾਤਾ, ਉਹ ਲੋਕ ਇਹਨਾਂ ਲੋਕਾਂ ਨੂੰ ਚਾਹੀਦੇ ਨੇ ਵੋਟਾਂ ਲੈਣ ਲਈ, ਕਿਉਂਕਿ ਦਹਿਸ਼ਤ ਦੇ ਮਾਹੌਲ ਦੇ ਵਿੱਚ ਉਹ ਲੋਕਾਂ ਨੂੰ ਬੰਦੇ ਨੇ, ਫਿਰ ਕਹਿੰਦੇ ਤੁਸੀਂ ਅਕਾਲੀ ਦਲ ਲਈ ਵੋਟ ਪਾਓ। ਜਦ ਤੱਕ ਇਹ ਸਿਸਟਮ ਨਹੀਂ ਅਸੀਂ ਬ੍ਰੇਕਅਪ ਕਰਦੇ, ਕਿਉਂਕਿ ਉਹਨਾਂ ਲੋਕਾਂ ਦੀ ਉਹਨਾਂ ਨੂੰ ਲੋੜ ਹੈ। ਸੋ ਉਹਨਾਂ ਨੇ ਧੰਦਾ ਤਾਂ ਕਰਨਾ ਹੀ ਹੈ। ਹੁਣ ਆਮਦਨ ਦਾ ਕੋਈ ਜ਼ਰੀਆ ਨਹੀਂ ਹੈ, ਇੱਕ ਤੁਸੀਂ ਡਿਸਟ੍ਰਿਕਟ ਪ੍ਰਧਾਨ ਬਣਾਤਾ, ਆਮਦਨ ਦਾ ਜ਼ਰੀਆ ਉਹਦੇ ਕੋਲ ਹੈ ਨਹੀਂ ਹੈ, ਉਹਨੇ ਕਿਵੇਂ ਕਰਨਾ ਹੈ? ਉਹਨੇ 2 ਨੰਬਰ ਦੇ ਪੈਸੇ ਕਮਾਣੇ ਹੈ ਜੀ, ਐਂਡ 2 ਨੰਬਰ ਦੇ ਪੈਸੇ ਜਦੋਂ ਕਮਾਏਗਾ ਉਹ ਤੁਹਾਨੂੰ ਕਹੇਗਾ ਜੀ ਮੈਨੂੰ ਪ੍ਰੋਟੈਕਟ ਕਰੋ। ਐਂਡ ਅਲਟੀਮੇਟਲੀ ਨਾਰਕੋਟਿਕਸ ਦਾ ਟ੍ਰੇਡ ਜਿਹੜਾ ਪੋਲੀਟੀਸ਼ੀਅਨਸ ਦੇ ਨੈਕਸਸ ਨਾਲ ਚੱਲ ਰਿਹਾ, ਉਹ ਸ਼ਸ਼ੀਕਾਂਤ ਨੇ ਠੀਕ ਹੀ ਕਿਹਾ, ਸਾਨੂੰ ਸਾਰਿਆਂ ਨੂੰ ਪਤਾ, ਵਕੀਲਾਂ ਨੂੰ ਵੀ ਪਤਾ। ਰਾਈਟ, ਪਰ ਉਹੀ ਗੱਲ ਆ ਗਈ ਨਵਕਿਰਨ ਜੀ ਕਿ ਇੰਨਾ ਉਹ ਸਟਰੋਂਗ ਹੋ ਚੁੱਕਿਆ ਕ੍ਰਿਮੀਨਲ ਪੁਲਿਸ ਨੈਕਸਸ ਅਤੇ ਪੋਲੀਟੀਸ਼ੀਅਨਸ ਦਾ ਜਿਹੜਾ ਹੈਗਾ ਕਿ ਇਸ ਵਿੱਚੋਂ ਨਿਕਲੇਗਾ ਕੌਣ, ਕੱਢੇਗਾ। ਆਸ ਕੀਤੀ ਜਾਂਦੀ ਸੀ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਰਹੀ ਹੈ, ਪਰ ਜੋ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੀ ਜੋ ਅਸੀਂ ਇੱਥੇ ਪੜ੍ਹਦੇ ਹਾਂ ਉਹ ਅਤੇ ਮਜੀਠੀਆ ਤੇ ਹੋਰ ਜਿਹੜੇ ਯੰਗਸਟਰਸ ਆਏ, ਬਜਾਏ ਕਿ ਉਹ ਕੁਝ ਇੰਪਰੂਵਮੈਂਟ ਲਿਆਂਦੇ, ਉਹ ਤਾਂ ਉਹ ਸਿਚੁਏਸ਼ਨ ਹੋਰ ਕਿਤੇ ਹੋਰ ਨੂੰ ਚਲੀ ਗਈ। ਨਹੀਂ, ਬਿਲਕੁਲ ਇਹਦੇ 'ਚ ਕੋਈ ਦੋ ਰਾਇਆ ਨਹੀਂ ਕਿ ਕੋਈ ਵੀ ਅੱਛਾ ਜੇ ਸਰਕਾਰ ਚਾਹਵੇ ਇਹ 3-4 ਮਹੀਨਿਆਂ ਵਿੱਚ ਸਾਰਾ ਨਾਰਕੋਟਿਕ ਟ੍ਰੇਡ ਬੰਦ ਹੋ ਸਕਦਾ। ਹੁਣ ਕਰਦੇ ਕੀ ਜਿਹੜੇ ਕੈਰੀਅਰਸ ਨੇ ਉਹਨਾਂ ਨੂੰ ਫੜ ਲੈਂਦੇ ਨੇ। ਹੁਣ ਸਾਡੇ ਕਲਾਇੰਟਸ ਨੇ, ਸਾਡੇ ਕੋਲ ਕੇਸ ਕਰਾਉਣ ਆਉਂਦੇ ਨੇ, ਕੈਰੀਅਰਸ ਨੂੰ ਫੜ ਲੈਣਗੇ, ਜਿਹਨੇ ਪਿੱਛੋਂ ਮਾਲ ਭੇਜਿਆ ਕਿੱਥੋਂ ਆ ਰਿਹਾ ਉੱਥੇ ਤੱਕ ਉਹ ਜਾਣਗੇ ਨਹੀਂ। ਸੋ ਇਹ ਜਿਹੜਾ ਪੋਲੀਟੀਸ਼ੀਅਨਸ ਜਿਹੜੇ ਨੇ ਕਰਪਟ ਹੋਣ ਕਰਕੇ ਐਂਡ ਦੇ ਆਰ ਮੋਰ ਇੰਟਰਸਟਿਡ ਟੂ ਰਿਮੇਨ ਇਨ ਪਾਵਰ ਦੈਨ ਦੇ ਆਰ ਇੰਟਰਸਟਿਡ ਇਨ ਦ ਵੈਲਫੇਅਰ ਆਫ ਦ ਪੀਪਲ। ਸੋ ਅਲਟੀਮੇਟਲੀ ਯੂ ਹੈਵ ਟੂ ਸਫਰ, ਬਟ ਆਲ ਸੈਡ ਐਂਡ ਡਨ ਤੁਸੀਂ ਜਦ ਤੱਕ ਲੋਕ ਜਿਹੜੇ ਨੇ ਜਾਗਰੂਕ ਨਹੀਂ ਹੁੰਦੇ, ਐਜੂਕੇਟਿਡ ਨਹੀਂ ਹੁੰਦੇ,
ਤਦ ਤੱਕ ਉਹ ਵੀ ਇਹਨਾਂ ਗੱਲਾਂ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਹੋ ਸਕਦੇ। ਇਹ ਜਦੋਂ ਅਸੀਂ ਕਹਿੰਦੇ ਐਜੂਕੇਟ ਦੀ ਨਵਕਰਨ ਜੀ, ਕਿਉਂਕਿ ਆਮ ਬੰਦਾ ਜਿਹੜਾ ਹੈਗਾ ਉਹਦੇ ਚ ਕਿਤੇ ਇਹ ਤੇ ਨਹੀਂ ਆ ਗਿਆ, ਵੇਸਲਾਪਨ ਆ ਗਿਆ ਕਿ ਯਾਰ ਮੈਂ ਕੀ ਲੈਣਾ ਦੇਣਾ ਹੈ, ਦੂਰ ਰਹੋ, ਇਹ ਤੇ ਗੁੰਡੇ ਐਲੀਮੈਂਟ ਹੈਗੇ ਨੇ, ਸਾਡਾ ਕੁਝ ਵੀ ਕਰ ਸਕਦੇ ਨੇ। ਨਹੀਂ, ਇਹ ਵੀ ਗੱਲ ਨਹੀਂ ਹੈ ਕਿ ਕੁਝ ਵੀ ਕਰ ਸਕਦੇ, ਐਸੀ ਗੱਲ ਕੋਈ ਨਹੀਂ ਹੈ। ਦੇਖੋ ਅਸੀਂ ਜਿਹੜਾ ਕੇਸਿਸ ਨੂੰ ਪਿਕਅਪ ਕੀਤਾ ਹੈ, ਗੁੰਡੇ ਤੋਂ ਗੁੰਡਾ ਬੰਦਾ ਅਸੀਂ ਅੰਦਰ ਕਰਾਤਾ, ਠੀਕ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਪ੍ਰੋਬਲਮ ਇਹ ਵੇ ਕਿ ਲੋਕਾਂ 'ਚ ਵਿਲ ਪਾਵਰ ਵੀ ਨਹੀਂ ਰਹੀ, ਲੋਕੀ ਬੜੀ ਛੇਤੀ ਗੋਡੇ ਟੇਕਣ ਨੂੰ ਤਿਆਰ ਹੋ ਰਹੇ ਨੇ, ਉਹ ਸਿਸਟਮ ਨੂੰ ਚੇਂਜ ਕਰਨਾ ਚਾਹੁੰਦੇ ਨੇ ਪਰ ਆਪਣਾ ਇਨਪੁਟ ਨਹੀਂ ਪਾਉਂਦੇ। ਹਾਂ, ਉਹ ਕਹਿੰਦੇ ਨਾ ਵੀ ਘਰ ਘਰ ਭਗਤ ਸਿੰਘ ਜੰਮੇ, ਮੇਰੇ ਨਾ ਜੰਮੇ, ਗੁਆਂਢੀਆਂ ਦੇ ਜੰਮੇ। ਸੋ ਲੋਕ ਚਾਹੁੰਦੇ ਸਿਸਟਮ ਠੀਕ ਹੋਵੇ, ਲੇਕਿਨ ਜਦੋਂ ਉਹਨੂੰ ਕਹੋ ਵੀ ਇਹ ਖੜਨ ਦਾ ਮੌਕਾ ਹੈਗਾ ਤੇ ਤੂੰ ਖੜ, ਅਸੀਂ ਤੇਰਾ ਸਾਥ ਦੇਵਾਂਗੇ, ਭੱਜ ਜਾਂਦੇ ਨੇ। ਅਸੀਂ ਐਜ਼ ਅ ਹਿਊਮਨ ਰਾਈਟਸ ਲਾਇਰ ਵੀ ਜਿਨ੍ਹਾਂ ਦੇ ਅਸੀਂ ਕੇਸ ਲੜਦੇ ਹਾਂ ਉਹ ਆਪ ਭੱਜ ਜਾਂਦੇ ਨੇ ਤੇ ਸਾਡੀਆਂ ਪੁਲਿਸ ਵਾਲਿਆਂ ਨਾਲ ਦੁਸ਼ਮਣੀਆਂ ਪੈ ਜਾਂਦੀਆਂ। ਸੋ ਲੋਕਾਂ 'ਚ ਵੀ ਜਿਹੜਾ ਹੈਗਾ ਨਾ ਉਹ ਕਰੈਕਟਰ ਨਹੀਂ ਰਿਹਾ। ਰਾਈਟ, ਇਹ ਬੜਾ ਜ਼ਰੂਰੀ ਹੈ ਕਿ ਲੋਕ ਵੀ ਇੰਟਰਸਪੈਕਸ਼ਨ ਕਰਨ ਵੀ, ਕਿਉਂਕਿ ਜਿਹੜੇ ਲੀਡਰ ਹੁੰਦੇ ਉਹ ਤੁਹਾਡਾ ਅਕਸ ਹੁੰਦੇ ਨੇ। ਐਬਸੋਲੂਟਲੀ, ਜਿਹੋ ਜਿਹੇ ਤੁਸੀਂ ਕਰਪਟ ਹੋਵੋਗੇ ਉਹੋ ਜਿਹੇ ਤੁਹਾਡੇ ਕਰਪਟ ਲੀਡਰਸ ਹੋਣਗੇ, ਨੋ ਡਾਊਟ, ਕਿਉਂਕਿ ਵੋਟ ਤੁਸੀਂ ਪਾਈ ਹੈ। ਬਿਲਕੁਲ, ਐਂਡ ਅਗਰ ਤੁਸੀਂ ਨਹੀਂ ਹੈਗੇ ਕਰਪਟ ਤੇ ਤੁਸੀਂ ਕਰਪਟ ਲੀਡਰ ਨੂੰ ਵੋਟ ਕਿਉਂ ਪਾਓਗੇ? ਐਨ ਐਗਜ਼ਾਮਪਲ ਸਾਹਮਣੇ ਜੀ, ਮਨਪ੍ਰੀਤ ਸਿੰਘ ਬਾਦਲ ਜੋ ਮਰਜ਼ੀ ਹੈ ਉਹਦੇ ਪੱਖ 'ਚ ਨਹੀਂ ਗੱਲ ਕਰਦੇ, ਲੇਕਿਨ ਐਟਲੀਸਟ ਉਸਨੇ ਹਾਂ ਦਾ ਨਾਰਾ ਤੇ ਮਾਰਿਆ ਸੀ ਕਿ ਚਲੋ ਇੱਕ ਥੋੜੀ ਜਿਹੀ ਚੇਂਜ ਲਿਆਉਣ ਦੀ ਕੋਸ਼ਿਸ਼, ਲੇਕਿਨ ਇੱਕ ਵੀ ਵੋਟ ਨਹੀਂ ਪਈ। ਸੋ ਉਹੀ ਗੱਲ ਆ ਗਈ ਕਿ ਚੇਂਜ ਤਾਂ ਅਸੀਂ ਚਾਹੁੰਦੇ, ਪਰ ਵੈਨ ਇਟ ਕਮਸ ਟੂ ਪ੍ਰੈਕਟਿਸ ਅਸੀਂ ਪਿੱਛੇ ਹਟ ਜਾਂਦੇ। ਬਿਲਕੁਲ। ਦੂਸਰੇ ਪਾਸੇ NRIs ਜੋ ਇੱਥੇ ਬੈਠੇ ਹੋਏ ਨੇ, ਕਿਉਂਕਿ ਇੱਥੇ ਵੀ ਬਹੁਤ ਸਾਰੇ ਸਿਆਸਤਦਾਨ ਆਉਂਦੇ ਨੇ ਹਰ ਇੱਕ ਪਾਰਟੀ ਦੇ, ਇੱਥੇ ਆ ਕੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਤਸਵੀਰਾਂ ਖਿਚਵਾ ਕੇ ਮਾਇਆ ਵੀ ਲੈ ਜਾਂਦੇ ਨੇ ਤੇ ਲੋਕਾਂ ਨੂੰ ਚੋਪੜੀਆਂ ਵੀ ਸੁਣਾ ਜਾਂਦੇ ਨੇ, ਪਰ ਲੋਕ ਇਹਨੂੰ ਐਕਸੈਪਟ ਕਰ ਲੈ। ਇੱਥੇ ਬੈਠੇ ਹੋਏ NRIs ਕੀ ਰੋਲ ਨਿਭਾ ਸਕਦੇ ਨੇ ਕਿ ਪੰਜਾਬ ਵਿੱਚ ਜੋ ਕੁਝ ਦੁੱਖ ਦਰਦ ਇੱਥੇ ਸੁਣਦੇ ਨੇ, ਪਰ ਜਦੋਂ ਉਹ ਆਉਂਦੇ ਨੇ ਤਦ ਕੁਝ ਹੋਰ ਪੋਜੀਸ਼ਨ ਹੋ ਜਾਂਦੀ ਹੈ। ਕੈਨ ਦੇ ਡੂ ਸਮਥਿੰਗ ਸਿਟਿੰਗ ਓਵਰ ਹੇਅਰ? ਦੇਖੋ, ਜਿਹੜਾ ਸਾਡਾ ਮਾਈਂਡਸੈਟ ਹੈ ਨਾ, ਹੁਣ ਦੇਖੋ ਜਿਵੇਂ ਇੱਕ ਕੈਨੇਡੀਅਨ ਪੋਲੀਟੀਸ਼ੀਅਨ ਹੁੰਦਾ ਜੀ, ਅਸੀਂ ਉਹ ਤੋਂ ਡਰਦੇ ਨਹੀਂ ਹਾਂ, ਹੈ ਨਾ, ਐਨ ਉਹ ਇੱਕ ਆਮ ਬੰਦੇ ਵਾਂਗ ਵਿਚਰਦਾ। ਰਾਈਟ, ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਇਸ ਤਰ੍ਹਾਂ ਬਿਹੇਵ ਕਰਦੇ ਜਿਵੇਂ ਰਾਜੇ ਮਹਾਰਾਜੇ ਹੁੰਦੇ ਨੇ। ਰਾਈਟ, ਐਂਡ ਅਸੀਂ ਇਸ ਤਰ੍ਹਾਂ ਉਹਨਾਂ ਦੇ ਅੱਗੇ ਝੁਕਦੇ ਹਾਂ ਜਿਵੇਂ ਅਸੀਂ ਉਹਨਾਂ ਦੇ ਗੁਲਾਮ ਹੁੰਦੇ ਹਾਂ। ਸਾਨੂੰ ਉਹ ਝੁਕਣਾ ਬੰਦ ਕਰਨਾ ਪਏਗਾ, ਸਾਨੂੰ ਸਵਾਲ ਜਵਾਬ ਕਰਨੇ ਪੈਣਗੇ। ਇਹ ਨਹੀਂ ਹੈ ਕਿ ਕਾਨਫਰੰਸ ਹੋਈ NRI ਸਭਾ ਦੀ ਤੇ ਇੱਥੋਂ 100 ਬੰਦਿਆਂ ਦਾ ਡੈਲੀਗੇਸ਼ਨ ਚਲਾ ਗਿਆ ਤੇ ਪ੍ਰਸ਼ਾਦੇ ਪਾਣੀ ਛਕ ਕੇ ਤੇ ਸੁਖਬੀਰ ਬਾਦਲ ਨਾਲ ਫੋਟੋ ਖਿਚਾ ਕੇ ਆ ਗਿਆ। ਯੂ ਸ਼ੁਡ ਆਸਕ them questions, what have you done for us? ਹੁਣ ਕੀਤਾ ਤਾਂ NRIs ਲਈ ਕੁਝ ਵੀ ਨਹੀਂ ਹੈ। ਰਾਈਟ, ਹੁਣ ਮੈਂ ਪਿੱਛੇ 2-3 ਕੰਪਲੇਂਟਸ NRIs ਦੀ ਆਈਆਂ। ਅੱਛਾ ਜੀ, ਜਿਹੜੀ IG NRI ਹੈਗੀ ਹੈ ਗੁਰਪ੍ਰੀਤ ਕੌਰ ਦਿਓ, ਮੈਂ ਉਹਨਾਂ ਨੂੰ ਪਰਸਨਲੀ ਫੋਨ ਕਰਕੇ ਮੈਂ ਉਹਨਾਂ ਨੂੰ ਕਿਹਾ ਜੀ, ਐਂਡ ਇੱਕ ਕੇਸ ਵਿੱਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਕੇਸ ਤਾਂ ਨਹੀਂ ਰਜਿਸਟਰ ਕਰ ਸਕਦੇ ਵੀ ਤੁਹਾਡੀ ਕਲਾਇੰਟ ਜਿਹੜੀ ਹੈ ਉਹ ਕੈਨੇਡਾ ਬੈਠੀ ਹੈ ਤੇ ਉਹਦੇ ਬਿਆਨ ਕਰਾਣੇ ਨੇ। ਮੈਂ ਕਿਹਾ ਹੁਣ ਜੇ ਕੰਪਲੇਨੈਂਟ ਕੈਨੇਡਾ ਬੈਠੀ ਹੈ, ਉਹਨੇ ਕੰਪਲੇਂਟ ਭੇਜ ਦਿੱਤੀ ਥਰੂ ਐਫੀਡੇਵਿਟ, ਯੂ ਹੈਵ ਟੂ ਇਨਵੈਸਟੀਗੇਟ ਦ ਕ੍ਰਾਈਮ। ਨਾਓ ਦ ਪ੍ਰੋਬਲਮ ਇਜ਼ ਕਿ ਜਿਹੜੇ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਇਨਵੈਸਟੀਗੇਟ ਕਰਨਾ ਹੈ, ਉਹ ਦੂਜੇ ਪਾਸੇ ਜਿਹੜਾ ਬੰਦਾ ਸਾਹਮਣੇ ਬੈਠਾ ਜਿਹੜਾ ਮੁਜਰਿਮ, ਉਹ ਕਹਿੰਦਾ ਜੀ ਕਿੰਨੇ ਪੈਸੇ ਲੈਣੇ, ਮੈਂ ਗੱਲ ਨਿਬੇੜ ਦਿੰਦਾ। ਬਿਲਕੁਲ, I was not able to even get an FIR registered. Right. So I was discussing with Gurpreet Kaur Diop, what is the system? ਹੁਣ ਉੱਥੇ ਲਿਖਿਆ ਹੋਇਆ ਵੈਬਸਾਈਟ ਤੇ send suggestions. Yeah. ਮੈਂ suggestions ਭੇਜੀਆਂ, ਉੱਥੇ ਲਿਖਿਆ reply will be received by you in 14 days. No reply. It's a farce. There is no accountability. It's a farce. Mockery of the system. ਉਹਨਾਂ ਨੂੰ ਪਤਾ ਵੀ ਲੋਕ ਅਨਪੜ੍ਹ ਨੇ। Right. You see, ਜਿਹੜੇ ਲੋਕ ਜਾਂਦੇ ਨੇ NRI ਸਭਾਵਾਂ 'ਚ, ਕੀ ਉਹਨਾਂ ਨੇ ਕਦੀ ਇੰਟਰਨੈਟ ਵੀ ਯੂਜ਼ ਕੀਤਾ? Right. ਮਾਫ ਕਰਨਾ, ਤੁਹਾਡੀ ਗੱਲ ਠੀਕ ਹੈ ਜੀ, ਸਾਡੇ ਬੰਦਿਆਂ ਦੀ ਗਲਤੀ ਹੈ। ਭਾਵੇਂ ਪਤਾ ਵੀ ਹੋਵੇ ਤੇ ਉਸ ਸਮੇਂ ਜਾ ਕੇ ਸਾਡੇ ਸਾਹਮਣੇ ਜਦੋਂ ਆਉਂਦੇ ਨੇ ਤਦ ਅਸੀਂ ਸਿਰਫ ਤਸਵੀਰਾਂ ਖਿਚਾਉਣ ਤੱਕ ਸੀਮਿਤ ਰਹਿ ਜਾਂਦੇ ਆ ਤੇ ਫਿਰ ਸਭ ਕੁਝ ਗੱਲ ਭੁੱਲ ਜਾਂਦੀ ਹੈ ਤੇ ਕਮਿਊਨਿਟੀ ਦੀ ਗੱਲ ਭੁੱਲ ਜਾਂਦੀ ਹੈ। ਤੇ ਇਹ ਪ੍ਰੋਬਲਮ ਇੱਕ ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਸਾਡੇ اخلاق ਵਿੱਚ ਜਿਹੜੀ ਗਿਰਾਵਟ ਆ ਗਈ, ਬੇਸ ਮੈਂਟੈਲਿਟੀ ਨੂੰ ਚੇਂਜ ਕਰਨੀ ਚਾਹੀਦੀ ਹੈ। ਹਾਂਜੀ, ਹੁਣ ਮੇਜਰ ਗੱਲ ਆਉਂਦੀ ਹੈ ਕਿ ਜਦੋਂ ਹਿਊਮਨ ਰਾਈਟ, ਇੱਕ ਸਮਾਂ ਸੀ ਪੰਜਾਬ ਵਿੱਚ ਜਦੋਂ ਕਿ ਦਹਿਸ਼ਤਗਰਦ ਦਾ ਸਮਾਂ ਸੀ ਤੇ ਇੱਕ ਡਾਇਰੈਕਟ ਟਾਕਰਾ ਹੋ ਜਾਂਦਾ ਸੀ ਤੇ ਖਤਮ ਕਰਤੇ, ਗੱਲ ਮੁੱਕ ਗਈ। ਪਰ ਅੱਜ ਇਹ ਹਿਊਮਨ ਰਾਈਟਸ ਮੁੱਦੇ ਦੇ ਉੱਤੇ ਜਾਂ ਸੋਸ਼ਲ ਜਸਟਿਸ ਦੀ ਕੋਈ ਗੱਲ ਕਰੇ, ਨਾਟ ਈਵਨ ਪੰਜਾਬ, ਹਿੰਦੁਸਤਾਨ ਵੀ, ਉਸ ਨੂੰ ਵੀ ਇੱਕ ਵੱਖਰੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਤੇ ਖਾਸ ਤੌਰ ਤੇ ਸਿੱਖਾਂ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਉਹ ਤਾਂ ਫਿਰ ਇੱਕ ਐਜ਼ ਅ ਸੈਪਰੇਟਿਸਟ ਦੀ ਇੱਕ ਮੋਹਰ ਵੀ ਲਾ ਦਿੱਤੀ ਜਾਂਦੀ। ਕਿ ਅਜੇ ਵੀ ਇਹ ਖਿਆਲ ਉੱਥੇ ਚੱਲ ਰਹੇ ਨੇ ਜਾਂ ਕੁਝ ਚੇਂਜਸ ਆਏ ਨੇ? ਨਹੀਂ, ਦੇਖੋ ਜਿਹੜਾ ਮਾਈਂਡਸੈਟ ਹੈ, ਇੰਡੀਅਨ ਮਾਈਂਡਸੈਟ ਕਹਿ ਲਓ ਜਾਂ ਬ੍ਰਾਹਮਣਿਕਲ ਥਾਟ ਕਹਿ ਲਓ, ਉਹ ਬ੍ਰਾਹਮਣਿਕਲ ਥਾਟ ਤਾਂ ਸਿੱਖਾਂ ਨੂੰ ਕਦੀ ਵੀ ਨਹੀਂ ਦੇਖਣਾ ਚਾਹੁੰਦੀ ਜੀ, ਬਿਕੋਜ਼ ਸਿੱਖਸ ਆਲਵੇਜ਼ ਕੰਸੀਡਰ ਦੈਮਸੈਲਫ ਐਜ਼ ਅ ਨੇਸ਼ਨ। ਰਾਈਟ, it may not be a separate nation, right, but it's a nation within a nation, right, ਹੈ ਨਾ ਜੀ। ਸੈਪਰੇਟ ਨੇਸ਼ਨ ਦੀ ਵੀ ਗੱਲ ਨਾ ਕਰੋ ਭਾਵੇਂ, ਪਰ ਸਟਿਲ ਜਿਹੜਾ ਅਸੀਂ ਜਿਹੜੀ ਆਪਣੀ ਜਿਹੜੀ ਹੈਗੀ ਹੈ ਸਾਡੀ ਸ਼ਕਤੀ ਜਿਹੜੀ ਹੈ ਉਹ ਆਪਣੇ ਸਿੱਖ ਨੇਸ਼ਨ ਤੋਂ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ
ਜਾਂ ਗੁਰੂਆਂ ਦੀ ਟੀਚਿੰਗਸ ਤੋਂ ਲੈਂਦੇ ਆ। ਬਿਲਕੁਲ। ਸੋ ਅਸੀਂ ਕਿਸੇ ਦੇ ਅਧੀਨ ਰਹਿ ਨਹੀਂ ਸਕਦੇ। ਉਸੇ ਗੱਲ ਦਾ ਸਾਡਾ ਟਾਕਰਾ ਹੈ। ਸਾਡਾ ਤਾਂ ਹੋਰ ਕੋਈ ਮੁਸ਼ਕਿਲ ਹੈ ਹੀ ਨਹੀਂ ਜੀ। ਅਦਰਵਾਈਜ਼ ਦੇਖੋ ਨਾ, ਮੈਕਸਿਮਮ ਕੁਰਬਾਨੀਆਂ ਇੰਡੀਆ ਲਈ ਅਸੀਂ ਕੀਤੀਆਂ। ਬਿਲਕੁਲ। ਵਫਾਦਾਰੀ ਦੀ ਸਾਡੀ ਕੋਈ ਜਿਹੜਾ ਹੈਗਾ ਕੋਈ ਕ੍ਰਾਸ ਚੈੱਕ ਨਹੀਂ ਕਰ ਸਕਦਾ, ਕੋਈ ਕੁਐਸਚਨ ਨਹੀਂ ਕਰ ਸਕਦਾ ਜੀ। ਲੇਕਿਨ ਉਹਨਾਂ ਨੂੰ ਚੁਭਦਾ ਕੀ ਹੈ ਵੀ ਇਹ ਜਿਹੜੇ ਇੰਡੀਪੈਂਡੈਂਟ ਕਿਉਂ ਨੇ, ਸੋਵਰਨ ਕਿਉਂ ਨੇ, ਸੋਵਰਨ ਥਾਟ ਕਿਉਂ ਰੱਖੀ ਹੋਈ, ਸੋਵਰਨ ਥਾਟ ਕਿਉਂ ਹੈ, ਸਾਡੇ ਅਧੀਨ ਕਿਉਂ ਨਹੀਂ ਆਉਂਦੇ। ਜਦੋਂ ਅਸੀਂ ਕਹਿੰਦੇ ਹਾਂ ਅਸੀਂ ਹਿੰਦੂ ਹੁਣ ਨਹੀਂ ਰਹੇ, ਹੈ ਜੀ, ਦ ਮੋਮੈਂਟ we converted into Sikhism, right, we are no more Hindus, but still they want to force us to be under the definition of Hindu ji. Hindu marriage act hai, Hindu succession act hai, why can't they change it? Indian constitution ਦੇ ਵਿੱਚ ਜਾਂ word Indian ਹੈ ਜਾਂ ਭਾਰਤ ਹੈ ਜੀ, ਹਿੰਦੂ ਤਾਂ ਕਿਧਰੇ ਹੈ ਹੀ ਨਹੀਂ। ਠੀਕ। So why did they write Hindu marriage act? Hindu anything, right? But it's an irritant in the way of really assimilating the Sikhs within the system. Very true, and these things need to be talked about at the national level, but unfortunately our politicians or our people who matter, they also don't talk these things. ਅਤੇ ਇੱਕ ਵਿਅਕਤੀਗਤ ਤੌਰ ਦੇ ਉੱਤੇ ਕਿੰਨਾ ਕੁ ਕੰਮ ਕੀਤਾ ਜਾ ਸਕਦਾ? ਨਹੀਂ, ਤੁਸੀਂ ਗੱਲ ਕਰਦੇ ਹੋ ਤੇ ਤੁਹਾਨੂੰ ਕਹਿੰਦੇ ਹੋ ਜੀ ਕਿ ਇਹ ਤਾਂ ਵੱਖਵਾਦੀ ਹੈ, ਇਹ ਤਾਂ ਅੱਤਵਾਦੀ ਹੈ। ਸੋ ਆਪਣੇ ਹੱਕਾਂ ਦੀ ਗੱਲ ਕਰਨਾ ਉਸ ਮੁਲਕ 'ਚ ਇਹ ਗੱਲ ਹੈਗੀ ਹੈ ਕਿ ਵੱਖਵਾਦੀ ਹੈ। ਫਿਊਚਰ ਕੀ ਤੁਹਾਨੂੰ ਲੱਗ ਰਿਹਾ ਹੈਗਾ ਕਿ ਕਿਉਂਕਿ ਚੇਂਜਸ ਦੀ ਜਦ ਅਸੀਂ ਗੱਲ ਕਰਦੇ ਹਾਂ, ਇਹ ਜਿਹੜੀ ਅਸੀਂ ਆਈਡੀਓਲੋਜੀਕਲ ਗੱਲਾਂ ਕਰ ਰਹੇ ਹਾਂ, ਕੀ ਕੋਈ ਪ੍ਰੈਕਟੀਕਲ ਤੁਹਾਨੂੰ ਸਟੈਪਸ ਨਜ਼ਰ ਆ ਰਹੇ ਨੇ? ਇੱਕ ਉਹੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਆਪ ਨੂੰ ਪੰਥਕ ਸਰਕਾਰ ਖਵਾਉਂਦੇ ਨੇ, ਸੁਮੇਧ ਸਿੰਘ ਸੈਣੀ ਵਰਗੇ ਜਿਨ੍ਹਾਂ ਦੇ ਉੱਤੇ ਦੋਸ਼ ਨੇ, ਉਹਨਾਂ ਨੂੰ ਲਾ ਦਿੱਤਾ ਜਾਂਦਾ ਐਜ਼ ਡਾਇਰੈਕਟਰ ਜਨਰਲ ਪੰਜਾਬ ਪੁਲਿਸ, ਅਤੇ ਹਿੰਦੁਸਤਾਨ ਵਿੱਚ ਹੁਣ ਨੈਕਸਲਾਈਟ ਮੂਵਮੈਂਟ ਵਿੱਚ ਅਸੀਂ ਦੇਖਿਆ ਕਿ ਕੀ ਕੁਝ ਚੱਲ ਰਿਹਾ ਹੈ। ਸੋ ਕੀ ਤੁਹਾਨੂੰ ਫਿਊਚਰ ਕੀ ਨਜ਼ਰ ਆ ਰਿਹਾ ਜੀ ਹਿੰਦੁਸਤਾਨ ਦਾ? ਨਹੀਂ ਦੇਖੋ, ਹਿੰਦੁਸਤਾਨ ਦਾ ਜਿੱਥੇ ਫਿਊਚਰ ਦੀ ਗੱਲ ਹੈਗੀ ਹੈ, ਕਿਉਂਕਿ ਗਰੀਬੀ ਬਹੁਤ ਹੈ ਐਂਡ ਜਿਹੜੇ ਮਾਓਵਾਦੀ ਵਧੇ ਨੇ ਉਹ ਵੀ ਉਸੇ ਕਰਕੇ ਵਧੇ ਨੇ ਕਿਉਂਕਿ ਗਰੀਬਾਂ ਦੀ ਹੱਕਾਂ ਦੀ ਰਾਖੀ ਮੁਲਕ ਨਹੀਂ ਕਰ ਰਿਹਾ। ਠੀਕ। ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਹੈ ਕਿ ਕੋਈ ਵੀ ਮੁਲਕ ਜਦ ਤੱਕ ਆਪਣੇ ਬਸ਼ਿੰਦਿਆਂ ਦੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਉਹਨਾਂ ਨੂੰ ਟੇਬਲ ਤੇ ਨਹੀਂ ਬੁਲਾਉਂਦਾ, ਉਹਨਾਂ ਦੀ ਮੁਸ਼ਕਿਲ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਭਾਵੇਂ ਉਹ ਫਰਾਡ ਹੀ ਹੋਵੇ, ਤਦ ਤੱਕ ਜਿਹੜਾ ਹੈਗਾ ਉਹ ਮੁਲਕ ਇਕੱਠਾ ਨਹੀਂ ਰਹਿ ਸਕਦਾ। ਹੁਣ ਭਾਂਤ ਦੇ ਲੋਕੀ, ਭਾਂਤ ਦੀਆਂ ਭਾਸ਼ਾਵਾਂ ਦੇ ਲੋਕ, ਕਲਚਰ ਦੇ ਲੋਕ, ਜਿਸ ਤਰੀਕੇ ਨਾਲ ਮੁਲਕ ਚੱਲ ਰਿਹਾ ਹੈ ਇੱਕ ਕ੍ਰਿਸ਼ਮਾ ਹੀ ਹੈ ਜੀ। ਸੋ ਇਹ ਜਿਹੜਾ ਮਾਈਂਡ ਸੈਟ ਹੈ ਉਹਨੂੰ ਚੇਂਜ ਕਰਨਾ ਪੈਣਾ। ਲੋਕਾਂ ਨਾਲ ਗੱਲਬਾਤ ਕਰਕੇ ਕ੍ਰਾਸ ਦ ਟੇਬਲ ਜਿਹੜੀ ਉਹਨਾਂ ਦੀ ਆ, ਭਾਵੇਂ ਉਹ ਗੱਲ ਸਿੱਖਾਂ ਦੀ ਹੈ, ਭਾਵੇਂ ਮਾਓਇਸਟ ਦੀ ਹੈਗੀ ਹੈ, ਉਹ ਬੈਠ ਕੇ ਇਹਨਾਂ ਨੂੰ ਸੁਲਝਾਉਣੀਆਂ ਪੈਣੀਆਂ, ਅਦਰਵਾਈਜ਼ ਮੁਲਕ ਇਸ ਤਰ੍ਹਾਂ ਨਹੀਂ ਚੱਲਦੇ। ਐਂਡ ਹੁਣ ਆਰਟੀਕਲ 25 ਦੀ ਜੇ ਹੈਗੀ ਹੈ ਅਮੈਂਡਮੈਂਟ, ਉਹ ਇੰਟਰੋਡਿਊਸ ਤਾਂ ਹੋਈ ਸੀਗੀ, ਹੁਣ ਉਹ ਸਾਈਡ ਬਰਨਰ ਤੇ ਪਈ ਹੈ। ਦੇ ਮਾਈਟ ਈਵਨ ਅਮੈਂਡ ਦੈਟ ਬਿਕਾਜ਼ 2014 ਦੀ ਇਲੈਕਸ਼ਨ 'ਚ ਸਿੱਖਾਂ ਨੂੰ ਵੂ ਕਰਨ ਲਈ ਉਹ ਦੇ ਮਾਈਟ ਈਵਨ ਅਮੈਂਡ ਦੈਟ, ਬਟ ਵਾਈ ਥੀਸ ਇਰੀਟੈਂਟਸ ਹੈਵ ਬੀਨ ਪੁੱਟ ਅਪ। ਦੈਟਸ ਰਾਈਟ। ਟੁਵਰਡਸ ਦ ਐਂਡ ਸਿੱਖ ਲੀਡਰਸ਼ਿਪ ਤੋਂ ਕੋਈ ਆਸ ਤੁਹਾਨੂੰ ਨਜ਼ਰ ਆਉਂਦੀ ਹੈ? ਦੇਖੋ ਜੀ, ਸਿੱਖ ਲੀਡਰਸ਼ਿਪ ਜਿਹੜੀ ਹੈਗੀ ਹੈ, ਸਿੱਖ ਤਾਂ ਮੈਂ ਤਾਂ ਸਮਝਦਾ ਵੀ ਸਿੱਖਾਂ ਕੋਲ ਕੋਈ ਲੀਡਰ ਹੈ ਹੀ ਨਹੀਂ ਹੈ। ਸੋ ਦੇਰ ਆਰ ਪੋਲੀਟੀਸ਼ੀਅਨਸ। ਰਾਈਟ। ਲੀਡਰ ਹੁੰਦਾ ਜਿਹੜਾ ਸੈਲਫਲੈਸ ਹੋਵੇ, ਬਿਲਕੁਲ, ਜਿਹੜਾ ਕੌਮ ਦਾ ਨੁਮਾਇੰਦਾ ਬਣ ਸਕੇ। ਸਾਡੇ ਕੋਲ ਪੋਲੀਟੀਸ਼ੀਅਨਸ ਹੈਗੇ ਨੇ, ਦੇ ਆਰ ਜਸਟ ਇੰਟਰਸਟਿਡ ਇਨ ਦ ਪਾਵਰ ਪੋਲਿਟਿਕਸ। ਉਹਦੇ ਵਾਸਤੇ ਧਰਮ ਨੂੰ ਵਰਤ ਲੈਣ, ਭਾਵੇਂ ਪਾਸੇ ਕਰ ਲੈਣ, ਉਹ ਚੱਲਦਾ ਪਿਆ। ਐਂਡ ਹੁਣ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ, they are more aware, and I feel that the communication has gone to such an extent ਕਿ ਇੱਕ ਗੱਲ ਜਿਹੜੀ ਕਿਸੇ ਵੀ ਕੋਨੇ 'ਚ ਹੁੰਦੀ ਹੈ ਉਹ ਸਾਰੇ ਵਰਡਸ ਫੈਲ ਜਾਂਦੀ ਹੈ। So things will change. The young generation will bring in a change, and the corruption and the corrupt politicians may not survive for much long. And I'm very optimistic. I'm working on it. May your optimism be more strong, and ਤੁਹਾਡੇ ਵਰਗੇ ਇਹੋ ਜਿਹੇ ਹੋਰ ਜਿਹੜੇ ਤੁਹਾਡੇ ਵਰਗੇ ਵਕੀਲ ਨੇ ਤੇ ਸੋਸ਼ਲ ਐਕਟਿਵਿਸਟ ਨੇ ਜਿਹੜੇ ਕਿ ਆਵਾਜ਼ ਅਜੇ ਵੀ ਬੁਲੰਦ ਕਰ ਰਹੇ ਨੇ ਡਿਸਪਾਈਟ ਲੋਟਸ ਆਫ ਪ੍ਰੈਸ਼ਰ। ਵੀ ਆਰ ਪ੍ਰਾਊਡ ਆਫ ਯੋਰ ਅਚੀਵਮੈਂਟਸ ਕਿ ਤੁਸੀਂ ਇਸ ਆਵਾਜ਼ ਨੂੰ ਅੱਗੇ ਲੈ ਕੇ ਜਾ ਰਹੇ ਹੋ। ਥੈਂਕ ਯੂ ਵੈਰੀ ਮਚ ਐਂਡ ਬੈਸਟ ਵਿਸ਼ੇਸ।